ਫਰੀਦਕੋਟ ਵਿੱਚ ਸਿਹਤ ਸੰਘਰਸ਼ ਕਮੇਟੀ ਵੱਲੋਂ ਮਲਟੀਪਰਪਜ਼ ਹੈਲਥ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਵਿੱਢਿਆ ਹੋਇਆ ਹੈ। ਇਸੇ ਦੇ ਚੱਲਦੇ ਸ਼ੁੱਕਰਵਾਰ ਨੂੰ ਭੁੱਖ ਹੜਤਾਲ ਕੀਤੀ ਗਈ। ਇਹ ਹੜਤਾਲ ਚੌਥੇ ਦਿਨ ਵਿੱਚ ਸ਼ਾਮਲ ਹੋ ਚੁੱਕੀ ਹੈ। ਕੋਰੋਨਾ ਵਾਇਰਸ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਹੜਤਾਲ ਵਿੱਚ ਸ਼ਾਮਲ ਵਰਕਰ ਆਪਣੇ ਹੱਕਾਂ ਲਈ ਲਗਾਤਾਰ ਡਟੇ ਹੋਏ ਨੇ। ਇਹਨਾਂ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਸੰਬੰਧੀ ਸੀਨੀਅਰ ਮੈਡੀਕਲ ਅਫਸਰਾਂ ਦੇ ਜ਼ਰੀਏ ਪੰਜਾਬ ਦੇ ਮੁੱਖ ਮੰਤਰੀ ਤੱਕ ਪਹੁੰਚ ਕੀਤੀ ਗਈ ਹੈ ਤੇ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤੇ ਜਾਣ ਦੀ ਸੂਰਤ ਵਿੱਚ ਇਹਨਾਂ ਵੱਲੋਂ ਸੰਘਰਸ਼ ਤੇਜ਼ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ। देखो ये ਜਿਹੜੇ ਸਾਡੇ ਕਰਮੀ ਬੈਠੇ ਆ ਇਹ ਮਲਟੀਪਰਪਜ਼ ਹੈਲਥ ਵਰਕਰ ਤੇ ਜੋ ਏਐਨਐਮ ਹੈ ਜੋ ਸਾਡੇ ਡਿਪਾਰਟਮੈਂਟ ਦੇ ਵਿੱਚ 12 ਤੋਂ 15 ਸਾਲ ਹੋ ਗਏ ਕੰਮ ਕਰਦਿਆਂ ਨੂੰ ਉਹਨਾਂ ਨੂੰ ਹਲੇ ਤੱਕ ਪੱਕਾ ਨਹੀਂ ਕੀਤਾ ਗਿਆ ਅਤੇ ਇਹਨਾਂ ਦਾ ਪ੍ਰੋਬੇਸ਼ਨ ਪੀਰੀਅਡ ਵੀ ਜਿਹੜਾ 2 ਤੋਂ 3 ਸਾਲ ਕਰ ਦਿੱਤਾ ਗਿਆ ਹੈ ਜੋ ਕਿ ਸਰਾਸਰ ਗਲਤ ਹੈ। ਹੁਣ ਸਰਕਾਰ ਇੱਕ ਨਵੀਂ ਨੋਟੀਫਿਕੇਸ਼ਨ ਲੈ ਕੇ ਆਈ ਹੈ ਕਿ ਨਵੀਂ ਭਰਤੀ ਕੀਤੀ ਜਾਵੇਗੀ। ਤੁਸੀਂ ਇਹ ਦੇਖੋ ਜਿਹੜਾ ਬੰਦਾ 15 ਸਾਲ ਆਪਣੇ ਜੀਵਨ ਦੇ ਇਸ ਡਿਪਾਰਟਮੈਂਟ ਨੂੰ ਦੇ ਚੁੱਕਿਆ ਉਹਨੂੰ ਛੱਡ ਕੇ ਇੱਕ ਮਤਰੇਈ ਮਾਂ ਵਾਲਾ ਜਿਹੜਾ ਬਿਹੇਵ ਹੈ ਉਹ ਗਵਰਨਮੈਂਟ ਕਰਨ ਜਾ ਰਹੀ ਹੈ ਅਤੇ ਨਵੇਂ ਲੋਕਾਂ ਨੂੰ ਨਵੇਂ ਭਰਤੀ ਕਰਨ ਜਾ ਰਹੀ ਹੈ ਜੋ ਕਿ ਸਰਾਸਰ ਗਲਤ ਹੈ। ਅਸੀਂ ਪੀਸੀਐਮਐਸ ਡਾਕਟਰਸ ਐਸੋਸੀਏਸ਼ਨ ਵੱਲੋਂ ਇਹਨਾਂ ਦੇ ਨਾਲ ਖੜੇ ਹਾਂ। ਜਿੱਥੇ ਵੀ ਕਹਿਣਗੇ ਅਸੀਂ ਇਹਨਾਂ ਦੇ ਨਾਲ ਬੈਠਾਂਗੇ। ਸਰ ਕੀ ਮੰਨਦੇ ਹੋ ਤੁਸੀਂ ਅੱਗੇ ਫਰੰਟ ਲਾਈਨ ਤੇ ਕੰਮ ਕਰ ਚੁੱਕੇ ਹੈ, ਸਰਕਾਰਾਂ ਨੂੰ ਵਾਰ-ਵਾਰ ਆਪਦੀ ਜਿਹੜੀ ਗੁਹਾਰ ਵੀ ਲਗਾ ਚੁੱਕੇ ਹੈ, ਫਿਰ ਵੀ ਇਹਨਾਂ ਦੀਆਂ ਜਿਹੜੀਆਂ ਸੁਣਵਾਈ ਨਹੀਂ ਹੋ ਰਹੀ, ਅੱਜ ਇਹਨਾਂ ਨੂੰ ਭੁੱਖ ਹੜਤਾਲ ਤੇ ਬਹਿਣਾ ਪੈ ਰਿਹਾ, ਕਾਰਨ ਕੀ ਹੈ? ਕਾਰਨ ਤਾਂ ਦੇਖੋ ਬਹੁਤ ਸਾਰੇ ਕਾਰਨ ਹੋ ਸਕਦੇ ਨੇ, ਇਹਦੇ ਬਾਰੇ ਤਾਂ ਮੈਂ ਨਹੀਂ ਦੱਸ ਸਕਦਾ, ਪਰੰਤੂ ਗੱਲ ਇਹ ਹੈ ਕਿ ਜੋ ਕਰੋਨਾ ਦਾ ਇਹ ਕੰਮ ਚੱਲ ਰਿਹਾ ਉਹਦੇ ਵਿੱਚ ਜਿੱਥੇ ਡਾਕਟਰਾਂ ਦਾ ਮੇਜਰ ਰੋਲ ਹੈ ਉੱਥੇ ਸਭ ਤੋਂ ਵੱਡਾ ਰੋਲ ਇਹਨਾਂ ਦਾ ਹੈ। ਇਹਨਾਂ ਨੇ ਜੇ ਇਸ ਦੁਨੀਆ ਨੂੰ ਬਚਾਇਆ ਤਾਂ ਉਹਦੇ ਵਿੱਚ ਆਂਗਨਵਾੜੀ ਵਰਕਰ ਅਤੇ ਮਲਟੀਪਰਪਜ਼ ਹੈਲਥ ਵਰਕਰ ਮੂਹਰੀ ਕਤਾਰ ਦੇ ਵਿੱਚ ਖੜੇ ਹਨ। ਜੇਕਰ ਅਸੀਂ ਉਹਨਾਂ ਨੂੰ ਉਹਨਾਂ ਦਾ ਮਾਨ ਸਨਮਾਨ ਨਹੀਂ ਦੇ ਸਕਦੇ ਤਾਂ ਸਾਨੂੰ ਸਰਕਾਰ ਦੇ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਹੈ। ਤੁਹਾਡੇ ਵੱਲੋਂ ਅੱਜ ਪੂਰੀ ਦੁਨੀਆ ਨੂੰ ਇਹਨਾਂ ਦਾ ਸਮਰਥਨ ਕੀਤਾ ਜਾ ਰਿਹਾ? ਬਿਲਕੁਲ, ਅਸੀਂ ਪੂਰਾ ਸਮਰਥਨ ਕਰਦੇ ਹਾਂ। ਜਿੱਥੇ ਵੀ ਕਹਿਣਗੇ ਜੇਕਰ ਸਾਨੂੰ ਲੋੜ ਪਈ ਤਾਂ ਅਸੀਂ ਇਹਨਾਂ ਨਾਲ ਭੁੱਖ ਹੜਤਾਲ ਤੇ ਵੀ ਬੈਠਾਂਗੇ। ਸਰ ਹੜਤਾਲ ਤੇ ਬੈਠਣਾ ਸ਼ੌਂਕ ਨਹੀਂ, ਮਜਬੂਰੀ ਰਹੀ ਆ। ਜਦੋਂ ਵੀ ਸਰਕਾਰਾਂ ਮੁਲਾਜ਼ਮਾਂ ਨਾਲ ਧੱਕੇ ਕਰਦੀਆਂ, ਵਾਅਦਾ ਫਰੋਸ਼ੀ ਕਰਦੀਆਂ, ਵਾਅਦੇ ਤੋਂ ਮੁੱਕਰਦੀਆਂ, ਉਦੋਂ ਐਜੀਟੇਸ਼ਨਾਂ ਕਰਨੀਆਂ ਮੁਲਾਜ਼ਮਾਂ ਦੀਆਂ ਮਜਬੂਰੀਆਂ ਬਣ ਜਾਂਦੀਆਂ, ਸ਼ੌਂਕ ਨਹੀਂ। ਇਹ 12 15 ਸਾਲ ਤੋਂ ਸਾਡੀਆਂ ਲੜਕੀਆਂ ਹੈਗੀਆਂ ਜਿਹੜੀਆਂ ਵਿਚਾਰੀਆਂ ਕੱਚੀਆਂ ਹੈਗੀਆਂ, ਥੋੜ੍ਹੀ ਜਿਹੀ ਨਗੂਣੀ ਜੀ 12-13 ਰੁਪਈਆ 15,000 ਤਨਖਾਹ 'ਤੇ ਇਹ ਲੱਗੀਆਂ ਹੋਈਆਂ ਅਤੇ ਸਰਕਾਰ ਨੇ ਬੜੀ ਵਾਰੀ ਵਾਅਦੇ ਕੀਤੇ ਆ ਪਰ ਮੁੱਕਰ ਗਏ ਆ। ਉਹਦੇ ਵਿੱਚ 2015 'ਚ ਇਹਨਾਂ ਦਾ ਇੱਕ ਨੋਟੀਫਿਕੇਸ਼ਨ ਵੀ ਸਰ ਹੋਇਆ ਹੈਗਾ, ਉਹਦੇ ਤੋਂ ਵੀ ਇਹ ਮੁੱਕਰ ਗਈ ਸਰਕਾਰ। ਅਤੇ ਹੁਣ ਸਾਡੀ ਫਿਰ ਮਜਬੂਰੀ ਬਣ ਗਈ ਹੈ ਜਦੋਂ ਇਹਨਾਂ ਨੇ ਇੱਕ ਲੰਗੜੀ ਭਰਤੀ ਕੱਢਤੀ ਆ। ਭਰਤੀ ਦੇ ਅਸੀਂ ਵਿਰੋਧ ਵਿੱਚ ਨਹੀਂ ਹੈਗੇ, ਭਰਤੀ ਦੇ ਅਸੀਂ ਇਹ ਚਾਹੁੰਦੇ ਹਾਂ ਕਿ ਸਾਡੀਆਂ ਪਹਿਲਾਂ ਇਹਨਾਂ ਕੁੜੀਆਂ ਨੂੰ ਵੀ ਇਹਨਾਂ ਦੀਆਂ ਬੰਦ ਦਾ ਹੱਕ ਦਿੱਤਾ ਜਾਵੇ, ਪੱਕੀਆਂ ਸੀਟਾਂ 'ਤੇ ਐਡਜਸਟ ਕੀਤਾ ਜਾਵੇ। ਉਸ ਤੋਂ ਬਾਅਦ ਜਿਹੜੀ ਕੋਈ ਨਵੀਂ ਭਰਤੀ ਕਰਨੀ ਉਹ ਆਪਣੀ ਇਹ ਕਰ ਲੈਣਾ। ਦੂਸਰਾ ਸਾਡਾ ਮਲਟੀਪਰਪਜ਼ ਵਰਕਰ ਆ 1263 ਸਰ, ਉਹਨਾਂ ਦਾ ਜਿਹੜਾ ਪ੍ਰੋਵੀਜ਼ਨ ਪੀਰੀਅਡ ਹੈਗਾ ਇਹਨਾਂ ਨੇ 3 ਸਾਲ ਦਾ ਰੱਖਿਆ। ਅਸੀਂ ਚਾਹੁੰਦੇ ਹਾਂ ਉਹ ਪਹਿਲਾਂ 2 ਸਾਲ ਦੀ ਗੱਲ, ਪਰ ਹੁਣ ਅਸੀਂ ਚਾਹੁੰਦੇ ਹਾਂ 2 ਸਾਲ ਪੂਰੇ ਹੋਣ ਵਾਲੇ ਆ, ਤੁਰੰਤ ਹੀ ਉਹਨਾਂ ਦਾ ਖਤਮ ਕੀਤਾ ਜਾਵੇ। ਤੀਸਰਾ ਸਾਡਾ ਹੈਗਾ ਸਰ ਵੀ ਜਿਹੜੇ ਫਰੰਟ ਲਾਈਨ 'ਤੇ ਅਸੀਂ ਇਹ ਹੈਲਥ ਡਿਪਾਰਟਮੈਂਟ ਦੇ ਕੰਮ ਕਰ ਚੁੱਕੇ ਹਾਂ, ਇਹਨਾਂ ਨੂੰ ਸਪੈਸ਼ਲ ਸਰਕਾਰ ਇੰਕਰੀਮੈਂਟ ਲਾਵੇ, ਪਰ ਸਰਕਾਰ ਇਹੋ ਜਿਹਾ ਕੁਛ ਨਹੀਂ ਕਰਦੀ ਪਈ। ਉਹਦੀ ਮਜਬੂਰੀ ਵਰਸ ਸਾਨੂੰ ਸੰਘਰਸ਼ ਕਮੇਟੀ ਜਿਹੜੀ ਗਠਿਤ ਕਰਨੀ ਪਈ, ਉਹਦੇ ਵਿੱਚ ਹੀ ਮਲਟੀਪਰਪਜ਼ ਪਰਮਾਨੈਂਟ ਕੇਡਰ ਜਿਹੜੇ ਹੈਗੇ ਆ ਉਹ ਸਮਰਥਨ ਵੀ ਕਰਦੇ ਆ ਔਰ ਇਸ ਕਮੇਟੀ ਦੇ ਵਿੱਚ ਸ਼ਾਮਲ ਵੀ ਕਰਾਂਗੇ ਵੀ ਜਿੰਨਾ ਹੋ ਸਕਿਆ। ਜੇ ਸਰਕਾਰ ਸਾਡੀ 6 ਤਰੀਕ ਤੱਕ ਕੋਈ ਸੁਣਵਾਈ ਨਹੀਂ ਕਰਦੀ ਤੇ ਅਸੀਂ 7 ਤਰੀਕ ਦਾ ਪਟਿਆਲਾ ਮੋਤੀ ਮਹਿਲ ਘੇਰਨ ਦਾ ਪ੍ਰੋਗਰਾਮ ਲਿਖਿਆ ਹੋਇਆ, ਉਹ ਅਸੀਂ 7 ਤਰੀਕ ਨੂੰ ਅਸੀਂ ਹੁਮ-ਹੁਮਾ ਕੇ ਜਿੰਨੇ ਵੀ ਵੱਧ ਤੋਂ ਵੱਧ ਗਿਣਤੀ ਵਿੱਚ ਹੋ ਸਕੇ ਮੁਲਾਜ਼ਮ ਉੱਥੇ ਪਹੁੰਚਾਂਗੇ, ਮੋਤੀ ਮਹਿਲ ਦਾ ਘਿਰਾਓ ਕਰਾਂਗੇ। ਘਿਰਾਓ ਦੇ ਦੌਰਾਨ ਜੇ ਸਾਡੇ ਕਿਸੇ ਮੁਲਾਜ਼ਮ ਦਾ ਕੋਈ ਨੁਕਸਾਨ ਹੁੰਦਾ, ਜਾਨੀ ਮਾਲੀ ਕੋਈ ਵੀ, ਉਹਦੀ ਜਿਹੜੀ ਸੰਪੂਰਨ ਜ਼ਿੰਮੇਵਾਰੀ ਕੈਪਟਨ ਸਰਕਾਰ ਦੀ ਹੋਊਗੀ, ਕੈਪਟਨ ਸਾਹਿਬ ਦੀ ਹੋਊਗੀ, ਉਹ ਭਰਵਾਈ ਕਰਨਗੇ ਇਸ ਚੀਜ਼ ਦੀ। ਅੱਜ ਡਾਕਟਰ ਸਾਹਿਬਾਨ ਵੀ ਤੁਹਾਡੇ ਕੋਲੋਂ ਨੇ ਜਥੇਬੰਦੀ ਵੀ ਤੁਹਾਡਾ ਸਹਿਯੋਗ ਕਰਨ ਪਹੁੰਚੀ? ਹਾਂਜੀ ਸਰ, ਉਹ ਪੀਸੀਐਮ ਐਸੋਸੀਏਸ਼ਨ ਵੱਲੋਂ ਵੀ ਸਾਨੂੰ ਸਮਰਥਨ ਆਇਆ ਸਰ, ਫਾਰਮਾਸਿਸਟ ਐਸੋਸੀਏਸ਼ਨ ਵੱਲੋਂ ਵੀ ਆਇਆ ਜੀ, ਅਤੇ ਸਾਨੂੰ ਜਿਹੜੇ ਮਲਟੀਪਰਪਜ਼ ਪਰਮਾਨੈਂਟ ਕੇਡਰ ਅਸੀਂ ਤਾਂ ਸਾਰੇ ਹੈ ਹੀ ਇਕੱਠੇ ਹੁਣ, ਅਤੇ ਸਾਨੂੰ ਸਾਰਿਆਂ ਦਾ ਹੀ ਸਮਰਥਨ ਆ ਰਿਹਾ ਸਰ। ਪਰ ਉਹਦੇ ਵਿੱਚ ਭੈਣ ਜੀ ਤੁਹਾਨੂੰ ਦੱਸ ਹੀ ਚੁੱਕੇ ਹੈ ਕਿ ਜਿਹੜੀਆਂ ਲੋਕਾਂ ਦੀਆਂ ਅਸੀਂ ਸੇਵਾਵਾਂ ਰੈਗੂਲਰ ਕਰ ਰਹੇ ਹਾਂ ਪਰ ਅਸੀਂ ਰਿਪੋਰਟ ਨਹੀਂ ਕਰਾਂਗੇ। ਜਿਹੜੀ ਵੀ ਸੇਵਾ ਬਣਦੀ ਹੈ ਸਾਡੇ ਵੱਲੋਂ, ਅਸੀਂ ਪਹਿਲਾਂ ਵੀ ਕੋਵਿਡ-19 ਦੇ ਵਿੱਚ ਵੇਖਿਆ, ਇਦੋਂ ਪਹਿਲਾਂ ਅਸੀਂ ਡੇਂਗੂ 'ਚ ਸਾਰੇ ਕੰਮ ਕਰ ਚੁੱਕੇ ਹਾਂ ਵੀ ਡੇਂਗੂ ਨੂੰ ਅਸੀਂ ਕੰਟਰੋਲ ਕੀਤਾ। ਫਿਰ ਅਸੀਂ ਕੋਵਿਡ-19 ਦੇ ਵਿੱਚ ਦਿਨ ਭਰ ਰਾਤ ਆਪਦਾ ਘਰ ਨਹੀਂ ਦੇਖਿਆ, ਬਾਹਰ ਨਹੀਂ ਦੇਖਿਆ। ਇਹਨਾਂ ਭੈਣਾਂ ਨੇ ਅਸੀਂ ਗਾਂ ਮਲਟੀਪਰਪਜ਼ ਵਰਕਰਾਂ ਨੇ ਦਿਨ ਭਰ ਰਾਤ ਇੱਕ ਕੀਤਾ, ਉਹਦੇ ਵਿੱਚ ਕੁਝ ਸਾਡੇ ਵਰਕਰ ਪੋਜ਼ਿਟਿਵ ਵੀ ਆ ਰਹੇ ਆ, ਅਤੇ ਪਰ ਸਰਕਾਰ ਨੇ ਬਿਲਕੁਲ ਹੀ ਸ਼ਰਮ ਲਾਈ ਹੋਈ ਆ ਵੀ ਨਗੂਣੀਆਂ ਜਾਂ ਤਨਖਾਹਾਂ 'ਤੇ ਟਾਈਮ ਪਾਸ ਨਹੀਂ ਹੁੰਦਾ ਸਰ। ਫਰੰਟ ਲਾਈਨ ਤੇ ਕੰਮ ਕਰਨ ਵਾਲੇ ਸਿਹਤ ਕਰਮੀ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰਾਂ ਤੱਕ ਪਹੁੰਚ ਕਰ ਚੁੱਕੇ ਹਨ। ਧਰਨੇ ਮੁਜ਼ਾਹਰੇ ਵੀ ਇਹਨਾਂ ਵੱਲੋਂ ਕੀਤੇ ਜਾ ਰਹੇ ਹੈ, ਪਰ ਹੁਣ ਲਗਾਤਾਰ ਇਹਨਾਂ ਵੱਲੋਂ ਚੌਥੇ ਦਿਨ ਜਿਹੜਾ ਹੈਗਾ, ਅੱਜ ਚੌਥਾ ਦਿਨ ਹੋ ਗਿਆ, ਭੁੱਖ ਹੜਤਾਲ ਤੇ ਬੈਠੇ ਹੈ। ਪਹਿਲਾਂ ਤੁਹਾਨੂੰ ਨਜ਼ਰ ਮਰਾ ਦਿੰਦੇ ਹਾਂ, ਸਿਵਲ ਹਸਪਤਾਲ ਦੇ ਵਿੱਚ ਐਸਐਮਓ ਦਫ਼ਤਰ ਦੇ ਬਾਹਰ
ਇਹਨਾਂ ਵੱਲੋਂ ਭੁੱਖ ਹੜਤਾਲ ਤੇ ਜਿਹੜਾ ਇਹਨਾਂ ਦੇ ਸਾਥੀ ਬੈਠੇ ਹੈ। ਕਰੋਨਾ ਮਹਾਮਾਰੀ ਦੇ ਜਿਹੜੀਆਂ ਸਰਕਾਰ ਵੱਲੋਂ ਹਦਾਇਤਾਂ ਹੈ ਉਹਨਾਂ ਦੀ ਇਹ ਪੂਰਨ ਤੌਰ ਤੇ ਪਾਲਣਾ ਵੀ ਕਰ ਰਹੇ ਹੈ। ਹੱਥ ਦੇ ਵਿੱਚ ਇਹਨਾਂ ਵੱਲ ਕੋਲੇ ਜਿਹੜੀਆਂ ਫਟੀਆਂ ਫੜੀਆਂ ਗਈਆਂ ਜਿਨ੍ਹਾਂ ਤੇ ਲਿਖਿਆ ਹੈ ਕੱਲੇ ਕੱਲੇ ਮਾਰ ਨਾ ਖਾਓ, ਇਕੱਠੇ ਹੋ ਕੇ ਅੱਗੇ ਆਓ। ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਜ਼ਿੰਦਾਬਾਦ। ਕੇਂਦਰੀ ਪੈਟਰਨ ਦਾ ਤਨਖਾਹ ਸਕੇਲ ਮਨਜ਼ੂਰ ਨਹੀਂ। ਲੰਗੜੀ ਭਰਤੀ ਦੇ ਸਿਰ ਤੇ ਵੋਟਾਂ ਬਟੋਰਨੀਆਂ ਬੰਦ ਕਰੋ। ਕੱਚੇ ਕਾਮੇ ਪੱਕੇ ਕਰੋ। ਭੁੱਖ ਹੜਤਾਲ ਜਿਹੜੀ ਚੱਲ ਰਹੀ ਹੈ ਪੂਰਾ ਜਿਹੜਾ ਇਹਨਾਂ ਦੀ ਪੰਜਾਬ ਪੱਧਰ ਤੇ ਚੱਲ ਰਹੀ ਹੈ। ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਵੱਲੋਂ ਜਿਹੜਾ ਇਹ ਹੁਣ ਜਿਹੜੇ ਭੁੱਖ ਹੜਤਾਲ ਤੇ ਇਹਨਾਂ ਨੂੰ ਬੈਠਣ ਲਈ ਮਜਬੂਰ ਹੋਣਾ ਪੈ ਰਿਹਾ, ਕਿਉਂਕਿ ਤੁਹਾਨੂੰ ਦੱਸ ਦਿੰਦੇ ਹਾਂ ਕਿ ਜਿੱਥੇ ਲਗਾਤਾਰ ਇਹਨਾਂ ਨੂੰ ਆਮ ਲੋਕ, ਸਮਾਜ ਸੇਵੀ ਲੋਕ ਇਹਨਾਂ ਦੀ ਸਹਾਰਨਾ ਕਰ ਚੁੱਕੇ ਆ, ਇਹਨਾਂ ਦਾ ਸਨਮਾਨਿਤ ਕਰ ਚੁੱਕੇ ਆ, ਕਿਉਂਕਿ ਜ਼ਮੀਨੀ ਪੱਧਰ ਤੇ ਜਾ ਕੇ ਜਿਹੜੇ ਕਰੋਨਾ ਦੇ ਜਿਹੜੇ ਖਿਲਾਫ ਲੜੇ ਆ। ਸਾਡੇ ਨਾਲ ਜਿਹੜੇ ਪ੍ਰਧਾਨ ਹੈ ਗੁਰਮੀਤ ਕੌਰ ਜੀ, ਉਹਨਾਂ ਨਾਲ ਗੱਲਬਾਤ ਕਰਾਂਗੇ। ਪ੍ਰਧਾਨ ਜੀ, ਕੀ ਕਾਰਨ ਹੈ ਲਗਾਤਾਰ ਤੁਹਾਡੇ ਵੱਲੋਂ ਜਿਹੜਾ ਹੈਗਾ ਜ਼ਮੀਨ ਤੇ ਉਤਰ ਕੇ ਜਿਹੜਾ ਕਰੋਨਾ ਦੇ ਵਿੱਚ ਤੁਸੀਂ ਲੜੇ ਹੋ, ਲੋਕਾਂ ਦੇ ਨਾਲ ਖੜੇ ਹੋ ਤੇ ਸਰਕਾਰਾਂ ਕੋਲੇ ਲਗਾਤਾਰ ਗੁਹਾਰ ਲਗਾ ਚੁੱਕੇ ਹੋ, ਅੱਜ ਕਿਉਂ ਤੁਹਾਨੂੰ ਜਿਹੜਾ ਭੁੱਖ ਹੜਤਾਲ ਤੇ ਬਹਿਣਾ ਪਿਆ? ਦੇਖੋ ਜੀ, ਅਸੀਂ ਬਾਰ-ਬਾਰ ਆਪਣੀ ਡਿਮਾਂਡ ਤੇ ਤਾਂ ਪਹਿਲਾਂ ਵੀ ਬੋਲ ਹੀ ਚੁੱਕੇ ਹਾਂ ਕਿ ਸਾਡੀ ਕੀ ਡਿਮਾਂਡ ਆ ਕਿ 2015 ਦੇ ਵਿੱਚ ਜਿੰਨਾ ਸੀਟਾਂ ਦੇ ਉੱਪਰ ਸਾਨੂੰ ਰੈਗੂਲਰ ਕਰਨ ਦੀ ਸਰਕਾਰ ਨੇ ਕੈਬਨਿਟ ਵਿੱਚ ਇੱਕ ਫੈਸਲਾ ਲਿਆ ਸੀ, ਉਹਨਾਂ ਸੀਟਾਂ ਤੇ ਹੁਣ ਕਾਂਗਰਸ ਸਰਕਾਰ ਨੇ ਭਰਤੀ ਜਿਹੜੀ ਆ ਨਵੇਂ ਤੌਰ ਤੇ ਕੱਢੀ ਹੈਗੀ ਆ, ਜਿਹਦੀ ਸਾਨੂੰ ਬਹੁਤ ਜ਼ਿਆਦਾ ਵਿਰੋਧਤਾ ਹੈਗੀ ਆ। ਅਸੀਂ ਪਿਛਲੇ ਦਿਨੀ ਕਰੋਨਾ ਦੇ ਚੱਲਦਿਆਂ ਇੱਕ ਮੰਤਰੀ ਸਾਹਿਬ ਨਾਲ, ਸਿਹਤ ਮੰਤਰੀ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਸੀਗੀ, ਜਿਸ ਵਿੱਚ ਮੰਤਰੀ ਸਾਹਿਬ ਨੇ ਕਿਹਾ ਸੀ ਕਰੋਨਾ ਦੇ ਸਮਾਪਤ ਹੁੰਦੇ ਹੀ ਨਾਲ ਦੀ ਨਾਲ ਅਸੀਂ ਸਮੂਹ ਕੰਟਰੈਕਟ ਕਾਮਿਆਂ ਨੂੰ ਪੱਕੇ ਕਰਾਂਗੇ। ਪਰ ਉਹਨਾਂ ਨੇ ਬੜੀ ਸਾਡੇ ਨਾਲ ਇੱਕ ਬੇਇਨਸਾਫੀ ਕੀਤੀ ਆ, ਜਿਹੜੀ ਇਹਨਾਂ ਨੇ ਕਰੋਨਾ ਦੇ ਚੱਲਦਿਆਂ 144 ਧਾਰਾ ਲਾ ਕੇ ਇਹਨਾਂ ਨੇ ਐਡਵਰਟਾਈਜ਼ਮੈਂਟ ਦੇਣ ਦੀ ਕੋਸ਼ਿਸ਼ ਕੀਤੀ ਹੈਗੀ ਆ, ਵੈਕੈਂਸੀਆਂ ਕੱਢਣ ਦੀ ਕੋਸ਼ਿਸ਼ ਕੀਤੀ ਹੈਗੀ ਆ, ਜਿਸ ਤੋਂ ਮਜਬੂਰਨ ਹੋ ਕੇ ਅਸੀਂ ਕੋਵਿਡ-19 ਦੀ ਡਿਊਟੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਡੇ ਲਈ ਸਭ ਤੋਂ ਪਹਿਲਾਂ ਸਰਕਾਰ ਨਾਲ ਲੜਨਾ ਕੰਮ ਨਹੀਂ, ਸਾਡਾ ਕੰਮ ਆ ਆਪਣੀ ਦੇਸ਼ ਦੀ ਸੇਵਾ ਕਰਨਾ। ਅਸੀਂ ਆਪਦੀ ਦੇਸ਼ ਦੀ ਸੇਵਾ ਕਰਨਾ ਪਹਿਲਾਂ ਆਪਦਾ ਸਹੀ ਕਰਮ ਸਮਝਦੇ ਹਾਂ। ਅਸੀਂ ਕੋਵਿਡ-19 ਦੀ ਡਿਊਟੀ ਨੂੰ ਕੰਟੀਨਿਊ ਕਰਦੇ ਹੋਏ ਅਤੇ ਅਸੀਂ ਪੂਰੇ ਪੰਜਾਬ ਦੇ ਵਿੱਚ ਹਰ ਡਿਸਟ੍ਰਿਕਟ ਦੇ ਵਿੱਚੋਂ 5-5 ਸਾਥੀ ਪ੍ਰੋਪਰ ਆਪਦੀ ਸੀਐਲ ਲੈ ਕੇ ਸਾਡੇ ਜਿਹੜੀ ਭੁੱਖ ਹੜਤਾਲ ਅਸੀਂ ਸਟਾਰਟ ਕੀਤੀ ਆ 24 ਜੁਲਾਈ ਤੋਂ, ਇਹ ਸਾਡੀ 6 ਜੁਲਾਈ ਤੱਕ ਚੱਲੇਗੀ। ਫਿਰ ਵੀ ਜੇ ਮੰਤਰੀ ਸਾਹਿਬ ਨੂੰ ਜੇ ਕਿਤੇ ਆਪਦਾ ਵਾਅਦਾ ਨਾ ਚੇਤੇ ਆਇਆ ਕਿ ਜਿਹੜੀ ਮੈਂ ਗੱਲ ਕੀਤੀ ਸੀ ਕਿ ਕੋਵਿਡ-19 ਦਾ ਜਿਹੜਾ ਤੋਹਫਾ ਮੈਂ ਕੰਟਰੈਕਟ ਮੁਲਾਜ਼ਮਾਂ ਨੂੰ ਪੱਕੇ ਕਰਕੇ ਦਊਂਗਾ, ਜੋ ਕਿ 1 ਮਹੀਨਾ ਪਹਿਲਾਂ ਦੀ ਗੱਲ ਆ, ਤੇ ਫਿਰ ਅਸੀਂ 7 ਅਗਸਤ ਨੂੰ ਜਿਹੜਾ ਸਾਡਾ ਸਟੇਟ ਲੈਵਲ ਦਾ ਸਾਡਾ ਇੱਕ ਪ੍ਰੋਗਰਾਮ ਲੀਕਿਆ ਹੋਇਆ ਕਿ ਅਸੀਂ ਵੱਡੀ ਗਿਣਤੀ ਦੇ ਵਿੱਚ ਪਟਿਆਲਾ ਮੋਤੀ ਮਹਿਲ ਪਹੁੰਚ ਕੇ ਆਪਣਾ ਕੈਪਟਨ ਸਾਹਿਬ ਦੀ ਕੋਠੀ ਦਾ ਘਿਰਾਓ ਕਰਾਂਗੇ, ਜਿਹਦੀ ਪੂਰਨ ਤੌਰ ਤੇ ਸਰਕਾਰ ਜ਼ਿੰਮੇਵਾਰ ਹੋਊਗੀ। ਸਾਨੂੰ ਇਸ ਸੰਘਰਸ਼ ਦੇ ਵਿੱਚ ਸਮੂਹ ਰੈਗੂਲਰ ਜਥੇਬੰਦੀ ਦਾ ਬਹੁਤ ਜ਼ਿਆਦਾ ਸਮਰਥਨ ਆ। ਸਾਡਾ ਜਿਹੜੀ ਇਹ ਕਮੇਟੀ ਆ, ਸੰਘਰਸ਼ ਕਮੇਟੀ ਆ, ਇਹ ਪੂਰਨ ਤੌਰ ਤੇ ਪੂਰੇ ਮਲਟੀਪਰਪਜ਼ ਕੇਡਰ ਦੀ ਆ, ਮਲਟੀਪਰਪਜ਼ ਹੈਲਥ ਵਰਕਰ ਕੇਡਰ ਦੀ ਆ। ਇਹਦੇ ਵਿੱਚ ਰੈਗੂਲਰ ਔਰ ਕੰਟਰੈਕਟ ਔਰ ਸਾਡੇ ਵੀਰ 1263 ਜਿਨ੍ਹਾਂ ਨੂੰ ਇਹ ਨਵੀਂ ਭਰਤੀ ਹੋਈ ਹੈਗੀ, ਜਿਨ੍ਹਾਂ ਨੂੰ ਇਹਨਾਂ 3 ਸਾਲ ਦੇ ਪ੍ਰੋਬੇਸ਼ਨ ਪੀਰੀਅਡ ਤੇ ਟੰਗਿਆ ਹੈਗਾ। ਇਹਨਾਂ ਦੀ ਭਰਤੀ ਵੇਲੇ ਸਰਕਾਰ ਨੇ ਇਹਨਾਂ ਨੂੰ 1.5 ਸਾਲ ਖੱਜਲ ਕੀਤਾ, ਕੁੱਲ ਮਿਲਾ ਕੇ ਇਹਨਾਂ ਦੇ 5 ਸਾਲ ਸਰਕਾਰ ਜਿਹੜੀ ਆ ਇਹਨਾਂ ਦੇ ਖਰਾਬ ਕਰਨ ਜਾ ਰਹੀ ਆ। ਇਹਨਾਂ ਮੁੰਡਿਆਂ ਦੀ ਜਿਹੜੀ ਉਮਰ ਆ ਉਹ ਵੀ ਬਹੁਤ ਜ਼ਿਆਦਾ ਹੋ ਚੁੱਕੀ ਹੈਗੀ ਆ। ਕਈ ਸਾਡੇ ਵੀਰ ਆ ਉਹ ਰਿਟਾਇਰਮੈਂਟ ਦੇ ਨੇੜੇ ਆ। ਅਸੀਂ ਸਰਕਾਰ ਤੋਂ ਡਿਮਾਂਡ ਕਰਦੇ ਆ ਕਿ ਇਹ 1263 ਲੜਕਿਆਂ ਦਾ ਜਿਹੜਾ ਪ੍ਰੋਬੇਸ਼ਨ ਪੀਰੀਅਡ ਆ ਕੋਵਿਡ-19 ਦੀਆਂ ਸੇਵਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਤੁਰੰਤ ਖਤਮ ਕੀਤਾ ਜਾਵੇ। ਔਰ ਜਿਹੜੀ ਇਹ ਨਵੀਂ ਭਰਤੀ ਕਰਨ ਜਾ ਰਹੇ ਆ, ਅਸੀਂ ਸਰਕਾਰ ਨੂੰ ਅੱਜ ਫਿਰ ਦਾਅਵਾ ਕਰਦੇ ਆ ਕਿ ਅਸੀਂ ਇਹ ਭਰਤੀ ਹੋਣ ਨਹੀਂ ਦੇਣੀ, ਇਹ ਭਰਤੀ ਨੂੰ ਬੰਦ ਕਰੇ। ਜਿਹੜੇ ਕੋਵਿਡ-19 ਦੀਆਂ ਸੇਵਾਵਾਂ ਕਰ ਰਹੇ ਹੈਗੇ ਆ, ਅੱਜ ਸਰਕਾਰ ਦੀ ਮੋਢੇ ਨਾਲ ਮੋਢਾ ਲਾ ਕੇ ਖੜੇ ਆ। ਸਾਡੀਆਂ 15 ਸਾਲਾਂ ਦਾ ਤਜਰਬਾ, ਸਾਡੀਆਂ ਸੇਵਾਵਾਂ ਨੂੰ ਮੱਦੇਨਜ਼ਰ ਰੱਖ ਕੇ ਸਾਨੂੰ ਉਹਨਾਂ ਸੀਟਾਂ ਤੇ ਜਿਨ੍ਹਾਂ ਦੇ ਸਾਡੇ ਕੈਬਨਿਟ ਦੇ ਵਿੱਚ ਫੈਸਲਾ ਹੋਇਆ ਉਹਨਾਂ ਤੇ ਸਾਡਾ ਬਣਦਾ, ਸਾਡਾ ਹੱਕ ਸਾਨੂੰ ਦੇਵੇ। ਜੇਕਰ ਸਰਕਾਰ ਸਾਡਾ ਹੱਕ ਸਾਨੂੰ ਨਹੀਂ ਦੇਊਗੀ, ਸਾਨੂੰ ਸਾਡਾ ਆਪਦਾ ਹੱਕ ਖੋਣਾ ਆਉਂਦਾ। ਅੱਜ ਤੁਹਾਡੇ ਇੱਥੇ ਡਾਕਟਰ ਸਾਹਿਬ ਇਹਨੂੰ ਵੀ ਪਹੁੰਚੇ ਆ ਤੁਹਾਡੇ ਨਾਲ, ਉਹਨਾਂ ਨੇ ਕਿਹਾ ਵੀ ਤੁਹਾਡਾ ਸਹਿਯੋਗ ਕਰਾਂਗੇ। ਹੋਰ ਕਿਹੜੀਆਂ ਜਿਹੜੀਆਂ ਜਥੇਬੰਦੀਆਂ ਤੁਹਾਡਾ ਸਹਿਯੋਗ ਕਰ ਰਹੀਆਂ? ਸਾਨੂੰ ਦੇਖੋ ਜੀ, ਫਾਰਮਾਸਿਸਟ ਐਸੋਸੀਏਸ਼ਨ ਵੱਲੋਂ, ਪੈਰਾਮੈਡੀਕਲ ਐਸੋਸੀਏਸ਼ਨ ਵੱਲੋਂ, ਰੈਗੂਲਰ ਮਲਟੀਪਰਪਜ਼ ਜਿਹੜੀ ਸਾਡੀ ਕੇਡਰ ਹੈਗਾ ਵਾ ਉਹ ਐਸੋਸੀਏਸ਼ਨ ਵੱਲੋਂ, ਔਰ ਇਸ ਤੋਂ ਇਲਾਵਾ ਸਾਡੀ ਬਹੁਤ ਹੀ ਸਤਿਕਾਰਯੋਗ ਐਸੋਸੀਏਸ਼ਨ ਡਾਕਟਰ ਐਸੋਸੀਏਸ਼ਨ PCMS ਐਸੋਸੀਏਸ਼ਨ ਵੱਲੋਂ ਖਾਸ ਤੌਰ ਤੇ ਸਮਰਥਨ ਆ। ਉਹਨਾਂ ਦਾ ਇਹ ਕਹਿਣਾ ਹੈ ਕਿ ਸਰਕਾਰ ਨੇ ਇਹ ਸਿਹਤ ਮਹਿਕਮੇ ਦੇ ਵਿੱਚ ਜਿਹੜੀਆਂ ਵੈਕੈਂਸੀਆਂ ਕੱਢਣ ਦੀ ਗੱਲ ਕੀਤੀ
ਕੀਤੀ ਆ, ਪੁਰਾਣੇ ਮੁਲਾਜ਼ਮਾਂ ਨੂੰ ਉਹਨਾਂ ਨੇ ਇਗਨੋਰ ਕਰਨ ਦੀ ਗੱਲ ਕੀਤੀ ਹੈਗੀ। ਇਹ ਸਾਡੇ ਲਈ ਵੀ ਬਹੁਤ ਸ਼ਰਮ ਦੀ ਗੱਲ ਆ। ਜੇਕਰ ਉਹਨਾਂ ਨੇ ਸਾਨੂੰ ਇੱਥੋਂ ਤੱਕ ਵਿਸ਼ਵਾਸ ਦਿਵਾਇਆ ਵੀ ਸਾਨੂੰ ਭੁੱਖ ਹੜਤਾਲ ਕਰਨੀ ਪਈ ਸੀ, ਭੁੱਖ ਹੜਤਾਲ ਵੀ ਕਰਾਂਗੇ, ਅਸੀਂ ਮੋਤੀ ਮਹਿਲ ਦਾ ਘਰਾਓ ਕਰਨ ਵੀ ਤੁਹਾਡੇ ਨਾਲ ਪਹੁੰਚਾਂਗੇ। ਜੇਕਰ ਗੱਲ ਕਰੀਏ ਤਾਂ ਹੁਣ ਜਿਹੜਾ ਕਰੋਨਾ ਮਹਾਮਾਰੀ ਦਾ ਦੌਰ ਤਾਂ ਹਜੇ ਵੀ ਜਾਰੀ ਹੈ। ਤੁਹਾਡੇ ਜਿਹੜੇ ਸਾਥੀ ਹੈ ਕੰਮ ਕਰ ਰਹੇ ਆ ਜ਼ਮੀਨ ਪੱਧਰ ਦੇ ਕੇ ਸਾਰੇ, ਜਿਹੜੇ ਤੁਸੀਂ ਅੱਜ ਕੰਮ ਵੀ ਬੰਦ ਕਰ ਚੁੱਕੇ ਹੋ? ਦੇਖੋ ਜੀ, ਮੈਂ ਪਹਿਲਾਂ ਵੀ ਦੱਸ ਚੁੱਕੀ ਹੈਗੀ ਆ ਕਿ ਸਾਡੇ ਲਈ ਲੋਕਾਂ ਦੀਆਂ ਸੇਵਾਵਾਂ ਮੇਨ ਆ। ਸਾਨੂੰ ਪ੍ਰਮਾਤਮਾ ਨੇ ਇੱਕ ਸੇਵਾ ਬਖਸ਼ੀ ਆ। ਅਸੀਂ ਵਾਹਿਗੁਰੂ ਦਾ ਨਾਮ ਲੈ ਕੇ ਅੱਜ ਆਪਣੇ ਦੇਸ਼ ਨੂੰ ਬਚਾਉਣਾ। ਅੱਜ ਸਾਡੇ ਦੇਸ਼ ਤੇ ਮਾਰ ਪਈ ਆ, ਅਸੀਂ ਸੇਵਾਵਾਂ ਦੇ ਰਹੇ ਆ। ਅਸੀਂ ਪਿਛਲੇ 1 ਮਹੀਨੇ ਤੋਂ ਸਰਕਾਰ ਦੀਆਂ ਰਿਪੋਰਟਾਂ ਦਾ ਬਿਲਕੁਲ ਬਾਈਕਾਟ ਕੀਤਾ ਹੋਇਆ। ਅਸੀਂ ਸਰਕਾਰ ਨੂੰ ਕੋਈ ਰਿਪੋਰਟ ਨਹੀਂ ਦੇਵਾਂਗੇ। ਆਪਦੇ ਭੈਣ ਭਰਾਵਾਂ ਦਾ, ਆਪਦੇ ਵੀਰਾਂ ਦਾ, ਆਪਦੇ ਲੋਕਾਂ ਦੀ, ਆਪਦੇ ਮਾਤਾਵਾਂ ਦੀ, ਆਪਦੇ ਪਿਤਾ ਦੀ ਅਸੀਂ ਪੂਰੀ ਸੇਵਾ ਕਰਾਂਗੇ। ਲੋਕਾਂ ਦੀ ਅਸੀਂ ਪੂਰੀ ਸੇਵਾ ਕਰਦੇ ਵੀ ਰਵਾਂਗੇ। ਅਸੀਂ ਸੇਵਾ ਦੇ ਵਿੱਚ ਕੋਈ ਵਿਘਨ ਨਹੀਂ ਪਾਵਾਂਗੇ। ਜੇਕਰ ਫਿਰ ਵੀ ਸਰਕਾਰ ਸਾਨੂੰ 7 ਅਗਸਤ ਨੂੰ ਸਾਡੇ ਨਾਲ ਕੋਈ ਧੱਕਾ ਕਰਨ ਦੀ ਕੋਸ਼ਿਸ਼ ਕਰੂਗੀ, ਸਾਡੀਆਂ ਮੰਗਾਂ ਨਹੀਂ ਮੰਨੂਗੀ, ਜੇਕਰ ਕੋਈ ਅਸੀਂ ਲੋਕਾਂ ਦੀਆਂ ਸੇਵਾਵਾਂ ਰੋਕਣ ਦੀ ਸਾਨੂੰ ਲੋੜ ਪੈਂਦੀ ਆ, ਉਹਦੀ ਜ਼ਿੰਮੇਵਾਰ ਪਹਿਲ ਦੇ ਆਧਾਰ ਤੇ ਸਰਕਾਰ ਹੋਵੇਗੀ। ਸਰਕਾਰ ਸਾਨੂੰ ਮਜਬੂਰ ਕਰੇਗੀ। ਆਮ ਆਦਮੀ ਪਾਰਟੀ ਵਿਰੋਧੀ ਧਿਰ ਦੇ ਵਿੱਚ ਬੈਠੀ ਹੈ, ਉਹਨਾਂ ਕੋਲੇ ਵੀ ਤੁਸੀਂ ਪਹੁੰਚ ਕੀਤੀ ਸੀਗੀ, ਉਹਨਾਂ ਨੇ ਕਿੱਥੋਂ ਤੱਕ ਤੁਹਾਡੇ ਜਿਹੜੇ ਮਸਲੇ ਨੂੰ ਹੱਲ ਕੀਤਾ? ਦੇਖੋ ਜੀ, ਮਸਲਾ ਉਹਨਾਂ ਨੇ ਕੋਈ ਨਹੀਂ ਹੱਲ ਕੀਤਾ ਹੈਗਾ। ਉਹ ਵੀ ਇੱਕ ਸਾਡੇ ਵਾਂਗ ਹੈਗੇ ਆ। ਉਹਨਾਂ ਨੇ ਸਾਡੀ ਆਵਾਜ਼ ਉਠਾਉਣ ਦੀ, ਵਿਧਾਨ ਸਭਾ ਦੇ ਵਿੱਚ ਉਹਨਾਂ ਨੇ ਆਵਾਜ਼ ਉਠਾਉਣ ਦੀ ਗੱਲ ਕੀਤੀ ਹੈਗੀ ਆ। ਭਗਵੰਤ ਮਾਨ ਜੀ ਨੇ ਪਾਰਲੀਮੈਂਟ ਦੇ ਵਿੱਚ ਆਵਾਜ਼ ਉਠਾਉਣ ਦੀ ਗੱਲ ਕੀਤੀ ਹੈਗੀ ਆ। ਪਰ ਗੱਲ ਇਹ ਆ ਵੀ ਸਰਕਾਰ ਤਾਂ ਕੈਪਟਨ ਦੇ ਹੱਥ ਦੇ ਵਿੱਚ ਆ। ਕਰਨਾ ਜੋ ਕੈਪਟਨ ਦੀ ਸਰਕਾਰ ਨੇ ਕਰਨਾ। ਉਹਨਾਂ ਨੇ ਸਾਨੂੰ ਸੇਮ ਇਸੇ ਤਰ੍ਹਾਂ ਕਿਹਾ ਹੈਗਾ ਕਿ ਅਸੀਂ ਤੁਹਾਡੇ ਨਾਲ ਭੁੱਖ ਹੜਤਾਲ ਕਰਾਂਗੇ, ਤੁਹਾਡੇ ਮੋਢੇ ਨਾਲ ਮੋਢਾ ਲਾਏ ਖੜਾਂਗੇ, ਵਿਧਾਨ ਸਭਾ ਦੇ ਵਿੱਚ ਤੁਹਾਡੀ ਪੂਰਨ ਤੌਰ ਤੇ ਆਵਾਜ਼ ਉਠਾਵਾਂਗੇ। ਤਾਂ ਇਹ ਸਨ ਜਿਹੜਾ ਕੋਵਿਡ-19 ਦੌਰਾਨ ਜਿਹੜਾ ਜ਼ਮੀਨੀ ਪੱਧਰ ਤੇ ਉਤਰ ਕੇ ਜਿਹੜੇ ਸਿਹਤ ਕਰਮੀ ਹੈ ਆਪਣੀਆਂ ਸੇਵਾਵਾਂ ਦੇ ਚੁੱਕੇ ਆ ਔਰ ਦੇ ਰਹੇ ਹਨ। ਅੱਜ ਮਜਬੂਰ ਨੇ ਇਹਨਾਂ ਨੂੰ ਸਰਕਾਰ ਵੱਲੋਂ ਇਹਨਾਂ ਦੀ ਸੁਣਵਾਈ ਹੋਣ ਨਾ ਕਰਕੇ, ਕਿਉਂਕਿ ਜਿਹੜੀਆਂ ਇਹਨਾਂ ਦੀਆਂ ਜਾਇਜ਼ ਮੰਗਾਂ ਇਹਨਾਂ ਨੇ ਕਿਹਾ ਹੋਈ ਸਾਡੀਆਂ ਮੰਗਾਂ ਜਿਹੜੀਆਂ ਸਰਕਾਰ ਨੂੰ ਮੰਨਣੀਆਂ ਚਾਹੀਦੀਆਂ। ਜੇਕਰ ਸਰਕਾਰ ਨਹੀਂ ਮੰਨੀ ਤਾਂ ਇਹਨਾਂ ਨੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਚੇਤਾਵਨੀ ਦਿੱਤੀ ਹੈ ਸਰਕਾਰ ਨੂੰ 7 ਤਰੀਕ ਦੀ। 7 ਤਰੀਕ ਨੂੰ ਇਹ ਪੂਰਾ ਪੰਜਾਬ ਪੱਧਰ ਤੇ ਜਿਹੜਾ ਮੋਤੀ ਮਹਿਲ ਨੂੰ ਘੇਰਨਗੇ। ਅਗਰ ਜੇਕਰ ਇਹਨਾਂ ਦੀ ਸੁਣਵਾਈ ਨਹੀਂ ਹੁੰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੱਡਾ ਐਲਾਨ ਵੀ ਕਰ ਸਕਦੇ ਆ। ਫਰੀਦਕੋਟ ਤੋਂ ਕੈਮਰਾਮੈਨ ਮਨਪ੍ਰੀਤ ਦੇ ਨਾਲ ਗੁਰਜੀਤ ਰਮਾਣਾ, ਡੇਲੀ ਪੋਸਟ ਪੰਜਾਬੀ।